श्री वाहिगुरु साहिब जी। दर्शन देखो जिवा गुरु तेरा, पूरन कर्म होए प्रभु मेरा। इहो बिनती सुन प्रभु मेरे, देहु नाम कर अपने चेरे। अपनी शरण राख प्रभु दाते, गुर प्रसाद किने विरले जाते। सुनो बिनो प्रभु मेरे बीता, चरण कमल वसे मेरे जीता। नानक एक करे अरदास, विसर नाहि पूरन गुण तास। सतनाम श्री वाहिगुरु साहिब जी। तनासरी महला चौथा। मेरे शाह मैं हर दर्शन सुख होए, हमरी वेदन तो जानता शाह। और क्या जाने कोई रहा। मेरे शाह मैं हर दर्शन सुख होए, हमरी वेदन तू जानता शाह। और क्या जाने कोई रहा। साचा साहिब सच तू मेरे शाह, तेरा किया सच सब हो। झूठा किसको आखिए शाह, दूजा नाही कोई। सबना विच तू वरतदा शाह, सब तुझे ते आवे दिन रात। सब तुझ ही थाओ मंगदे मेरे शाह। तू सबना करहे इक दात। सबको तुझ ही विच है मेरे शाह, तुझ ते बाहर कोई ना। सब जी तेरी तू सब सदा मेरे शाह। सब तुझ ही माहे समाहे, सबना की तू आस है मेरे प्यारे। सब तुझे ते आवे मेरे शाह, जो पावे तो रख तू मेरे प्यारे। सच नानक के पातशाह, सबना की तू आस है मेरे प्यारे। सब तुझे ते आवे मेरे शाह, जो पावे त्यो रख तू मेरे प्यारे। सच नानक के पातशाह। वाहिगुरु जी का खालसा, वाहिगुरु जी की फतेह। प्यारिओ, ये जो मुबारक वचन हुक्मनामा आप जी ने सरवण किया है, सचखंड श्री हरमंदिर साहिब तो धन गुरु रामदास पातशाह जी की पावन पवित्र दरबार तो धन गुरु रामदास पातशाह जी का ही उचारण किया हुआ ये शब्द है। सतगुरां की रचना तो उचारण किया हुआ शब्द आप जी ने सरवण किया है। ये जो शब्द है 670 अंग ते सुभाईमान है। धन धन साहिब श्री गुरु ग्रंथ साहिब महाराज जी के अंदर
ਮੇਰੇ ਸਤਿਗੁਰੂ ਧੰਨ ਗੁਰੂ ਰਾਮਦਾਸ ਮਹਾਰਾਜ ਜੀਆਂ ਨੇ ਧਨਾਸਰੀ ਰਾਗ ਦੇ ਵਿੱਚ ਇਸ ਸ਼ਬਦ ਨੂੰ ਉਚਾਰਨ ਕੀਤਾ ਹੈ ਕਿ ਜਦੋਂ ਇਸ ਸ਼ਬਦ ਦਾ ਕੀਰਤਨ ਕੀਤਾ ਜਾਵੇ ਧਨਾਸਰੀ ਰਾਗ ਦੇ ਵਿੱਚ ਕੀਰਤਨ ਰਾਹੀਂ ਇਸ ਨੂੰ ਗਾਇਨ ਕੀਤਾ ਜਾਵੇ। ਧੰਨ ਗੁਰੂ ਰਾਮਦਾਸ ਜੀ ਮਹਾਰਾਜ ਜੋ ਬਖਸ਼ਿਸ਼ ਕਰ ਰਹੇ ਨੇ, ਜੋ ਰਹਿਮਤ ਸਾਡੀ ਝੋਲੀ ਵਿੱਚ ਪਾ ਰਹੇ ਨੇ, ਆਓ ਸ਼ਬਦ ਦੀ ਵਿਚਾਰ ਦੇ ਨਾਲ ਜੁੜਨ ਦਾ ਯਤਨ ਕਰੀਏ ਜੀ। ਮੇਰੇ ਸ਼ਾਹ ਮੈਂ ਹਰ ਦਰਸ਼ਨ ਸੁਖ ਹੋਏ। ਵਾਹਿਗੁਰੂ ਜੀ ਮੇਰੇ ਤੇ ਕਿਰਪਾ ਕਰੋ, ਤੁਹਾਡਾ ਦਰਸ਼ਨ ਦੀਦਾਰ ਕਰਕੇ ਮੈਨੂੰ ਆਨੰਦ ਪ੍ਰਾਪਤ ਹੋਵੇ। ਗੁਰੂ ਦਾ ਦਰਸ਼ਨ ਕਰਕੇ ਪਿਆਰਿਓ ਖੁਸ਼ੀ ਪ੍ਰਾਪਤ ਹੁੰਦੀ ਹੈ, ਆਨੰਦ ਪ੍ਰਾਪਤ ਹੁੰਦਾ ਹੈ। ਮਨ ਵੀ ਠੰਡਾ ਹੋ ਜਾਂਦਾ, ਤਨ ਵੀ ਠੰਡਾ ਹੋ ਜਾਂਦਾ ਜਦੋਂ ਗੁਰੂ ਦੇ ਦਰਸ਼ਨ ਹੁੰਦੇ ਨੇ। ਜਬ ਤੇ ਦਰਸ਼ਨ ਭੇਟੇ ਸਾਧੂ ਭਲੇ ਦਿਨ ਸਿਓਏ ਆਏ। ਕਹਿੰਦੇ ਜਦੋਂ ਤੋਂ ਗੁਰੂ ਦੇ ਦਰਸ਼ਨ ਕੀਤੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਭਲੇ ਦਿਨ ਸਿਓਏ ਆਏ। ਕਹਿੰਦੇ ਉਹ ਚੰਗੇ ਦਿਨ ਆ ਗਏ ਜਦੋਂ ਗੁਰੂ ਦੇ ਦਰਸ਼ਨ ਕੀਤੇ। ਪਿਆਰਿਓ ਸਾਈ ਘੜੀ ਸੁਲੱਖਣ ਸਭੋ ਨਾਲ ਵਿਹਾਰ, ਉਹੀ ਸਮਾਂ ਭਾਗਾਂ ਵਾਲਾ ਹੈ ਜਿਸ ਟਾਈਮ ਦੇ ਵਿੱਚ ਅਸੀਂ ਗੁਰੂ ਦੇ ਦਰਸ਼ਨ ਕਰਦੇ ਹਾਂ। ਤੇ ਸਤਿਗੁਰੂ ਕਹਿੰਦੇ ਨੇ ਮਹਾ ਆਨੰਦ ਸਦਾ ਕਰ ਕੀਰਤਨ ਪੁਰਖ ਵਿਦਾਤਾ ਪਾਏ। ਇੱਕ ਦੀ ਪਿਆਰੀ ਆਨੰਦ ਹੁੰਦਾ, ਕਹਿੰਦੇ ਆਨੰਦ ਆ ਗਿਆ। ਇੱਕ ਹੁੰਦਾ ਮਹਾ ਆਨੰਦ। ਮਹਾ ਆਨੰਦ ਕਿੱਥੇ ਹੈ? ਜਦੋਂ ਆਪਾਂ ਗੁਰੂ ਦੇ ਕੋਲ ਬੈਠਦੇ ਹਾਂ। ਮਹਾ ਆਨੰਦ ਸਦਾ ਕਰ ਕੀਰਤਨ, ਜਿਹੜੇ ਸਦਾ ਹੀ ਪ੍ਰਭੂ ਦੀ ਕੀਰਤੀ ਦੇ ਵਿੱਚ ਲੱਗ ਜਾਂਦੇ ਨੇ, ਉਹਨਾਂ ਨੂੰ ਮਹਾਨ ਆਨੰਦ ਪ੍ਰਾਪਤ ਹੁੰਦਾ, ਜਿਸ ਆਨੰਦ ਦੀ ਤੁਲਨਾ ਕਿਧਰੇ ਨਹੀਂ ਕੀਤੀ ਜਾ ਸਕਦੀ। ਪੁਰਖ ਵਿਧਾਤਾ ਪਾਏ, ਉਹ ਵਾਹਿਗੁਰੂ ਦੀ ਪ੍ਰਾਪਤੀ ਵੀ ਕਰ ਲੈਂਦੇ ਨੇ। ਅਬ ਮੋਹੇ ਰਾਮ ਜਸੋ ਮਨ ਗਾਇਓ। ਕਹਿੰਦੀ ਹੁਣ ਤੇ ਮੈਂ ਉਸ ਮਾਲਕ ਦਾ ਜਸ ਹੀ ਗਾਇਨ ਕਰਦਾ। ਜਦੋਂ ਤੋਂ ਵਾਹਿਗੁਰੂ ਦੇ ਨਾਲ ਮਿਲਾਪ ਹੋ ਗਿਆ, ਜਦੋਂ ਉਸ ਮਾਲਕ ਦੀ ਉਸਤਤ ਕਰਨੀ ਸ਼ੁਰੂ ਕਰ ਦਿੱਤੀ, ਭਇਓ ਪ੍ਰਗਾਸ ਸਦਾ ਸੁਖ ਮਨ ਮੇ ਸਤਿਗੁਰ ਪੂਰਾ ਪਾਇਓ। ਹੁਣ ਮਨ ਅੰਦਰ ਚਾਨਣ ਹੋ ਗਿਆ, ਗਿਆਨ ਹੋ ਗਿਆ ਤੇ ਸਦੀਵ ਕਾਲ ਵਾਸਤੇ ਪਿਆਰਿਓ ਸੁਖ ਬਣ ਗਿਆ। ਸਤਿਗੁਰ ਪੂਰਾ ਪਾਇਆ। ਪੂਰੇ ਗੁਰੂ ਦੀ ਜਦੋਂ ਪ੍ਰਾਪਤੀ ਹੋ ਗਈ, ਜਿਤਨੀ ਦੇਰ ਤੱਕ ਪੂਰੇ ਗੁਰੂ ਦੇ ਨਾਲ ਮਿਲਾਪ ਨਹੀਂ ਹੁੰਦਾ ਪਿਆਰਿਓ, ਉਤਨੀ ਦੇਰ ਤੱਕ ਆਨੰਦ ਨਹੀਂ ਬਣ ਸਕਦਾ। ਰਹਾਉ ਗੁਣ ਨਿਧਾਨ ਰਿਦ ਭੀਤਰ ਵਸਿਆ, ਤਾਂ ਦੁਖ ਪਰਮ ਪਉ ਭਾਗਾ। ਗੁਣਾਂ ਦਾ ਖਜ਼ਾਨਾ ਵਾਹਿਗੁਰੂ ਜਦੋਂ ਕਹਿੰਦੇ ਹਿਰਦੇ ਘਟ ਦੇ ਵਿੱਚ ਵਸ ਗਿਆ, ਫਿਰ ਕੀ ਹੋਇਆ? ਦੁਖ ਪਰਮ ਪਉ ਭਾਗਾ। ਕਹਿੰਦੇ ਦੁੱਖ ਵੀ ਚਲਿਆ ਗਿਆ ਤੇ ਜਿਹੜੀ ਭਰਮ ਬਣੇ ਹੋਏ ਸਨ, ਵਹਿਮ ਬਣੇ ਹੋਏ ਸਨ, ਇਹ ਕਹਿੰਦੀ ਪਰ ਲਾ ਕੇ ਉੱਡ ਗਏ। ਭਈ ਪ੍ਰਾਪਤ ਵਸਤ ਅਗੋਚਰ ਰਾਮ ਨਾਮ ਮਨ ਲਗਾ। ਕਹਿੰਦੇ ਉਹ ਅਗੋਚਰ ਵਸਤੂ ਕਿਹੜੀ ਹੈ ਪਿਆਰਿਆ? ਨਾਮ, ਪਰਮੇਸ਼ਰ ਦਾ ਨਾਮ। ਭਈ ਪ੍ਰਾਪਤ, ਕਹਿੰਦੇ ਉਹ ਹੁਣ ਪ੍ਰਾਪਤ ਹੋ ਗਈ। ਜਿਸ ਵਸਤੂ ਨੂੰ ਲੱਭਣ ਵਾਸਤੇ ਨਾਮ ਨੂੰ ਪਿਆਰਿਓ ਲੱਭਣਾ ਬੜਾ ਔਖਾ ਹੈ, ਇਹ ਅਲੱਗ ਹੈ। ਇਸ ਜਗ ਮੇਂ ਨਾਮ ਅਲੱਗ ਹੈ, ਗੁਰਮੁਖ ਵਸੈ ਮਨ ਆਏ। ਨਾਨਕ ਜੋ ਗੁਰ ਸੇਵੇ ਆਪਣਾ, ਹਉ ਤਿਨ ਬਲਿਹਾਰੇ ਜਾਏ। ਕਹਿੰਦੇ ਉਹ ਭਈ ਪ੍ਰਾਪਤ ਵਸਤ ਅਗੋਚਰ ਰਾਮ ਨਾਮ ਰੰਗ ਲਾਗਾ। ਜਦੋਂ ਰਾਮ ਦਾ ਰੰਗ ਚੜ ਗਿਆ, ਜਦੋਂ ਪਰਮੇਸ਼ਰ ਦੇ ਨਾਮ ਦਾ ਰੰਗ ਚੜ ਗਿਆ, ਉਹ ਪਿਆਰਿਓ ਵਸਤੂ ਦੀ ਪ੍ਰਾਪਤੀ ਹੋ ਗਈ। ਹੁਣ ਕੀ ਹੋਇਆ? ਚਿੰਤ ਚਿੰਤਾ ਸੋਚਿਆ ਸੋਚਾ, ਸੋਗ ਲੋਭ ਮੋਹ ਥਾਕਾ। ਹੁਣ ਚਿੰਤਾ ਵੀ ਕੋਈ ਨਹੀਂ ਰਹਿ ਗਈ, ਅਚਿੰਤ ਹੋ ਗਿਆ। ਸੋਚਾਂ ਕੋਈ ਨਹੀਂ ਰਹਿ ਗਈਆਂ। ਅਸੋਚਾ ਤੋਂ ਭਾਵ ਹੈ ਕੋਈ ਸੋਚ ਨਹੀਂ ਮਨ ਦੇ ਵਿੱਚ ਰਹਿ ਗਈ, ਕੋਈ ਸੁੱਖ ਦੁੱਖ ਦੀ ਗੱਲ ਨਹੀਂ ਰਹਿ ਗਈ ਪਿਆਰਿਓ। ਹਉਮੈ ਰੋਗ ਮਿਟੇ ਕਿਰਪਾ ਤੇ, ਜਮ ਤੇ ਭਏ ਵਿਵਾਕਾ। ਜਿਹੜਾ ਹਉਮੈ ਦਾ ਰੋਗ ਹੀ ਪਿਆਰਿਓ ਇਹ ਵੀ ਦੂਰ ਹੋ ਗਿਆ। ਜਮ ਤੇ ਭਏ ਵਿਵਾਕਾ, ਸਾਰਿਆਂ ਪਾਸਿਆਂ ਤੋਂ ਸਾਰੇ ਬਖਸ਼ਿਸ਼ ਹੋ ਗਈ ਜਦੋਂ ਗੁਰੂ ਦੇ ਚਰਨਾਂ ਦੇ ਨਾਲ ਜੁੜ ਗਿਆ। ਗੁਰ ਕੀ ਟਹਿਲ ਗੁਰੂ ਕੀ ਸੇਵਾ, ਗੁਰ ਕੀ ਆਗਿਆ ਭਾਣੀ। ਹੁਣ ਗੁਰੂ ਦੀ ਟਹਿਲ, ਗੁਰੂ ਦੇ ਦਰ ਤੇ ਸੇਵਾ ਕਰਨੀ, ਗੁਰੂ ਕੀ ਸੇਵਾ।
गुरु के दर ते आकर की सेवा कमानी, गुर की आज्ञा पानी ते गुरु की आज्ञा मिठी लगनी शुरू हो जाती है। कहो नानक जिन जम ते काढ़े, इस गुर कै कुर्बानी। कहती उस वाहिगुरू तो मैं कुर्बान जाता हाँ, सदके जाता हाँ, जिन्हें मैनू बख्शिश करके अपने नाम दे नाल जोड़िया, जमा तो बचा लिया प्यारे। जमा तो ताई बचांगे जे परमेश्वर के चरणों के नाल जुड़ना करांगे। ये सतगुरु धन गुरु रामदास महाराज जी भी बख्शिश कर रहे हैं। मेरे शाह मैं हर दर्शन सुख होए। प्यारे जगियासू सिख जदों गुरु के चरणों के नाल जुड़ जाता ना, जदों दर्शन दीदार एक बारी कर लेंदा, अंदरों दर्शन दीदार कर लेंदा, फिर वो गुरु का ही हो जाता। प्यारो अज नाल दी नाल जो जून 1984 के घल्लूघारा होया, पहले भी 2 घल्लूघारे होए। प्यारे ये घल्लूघारा जिहड़ा होया, जिस दी विच बहुत सारिया सिख संगतां, बहुत सारे सिखां ने प्यारे शहीदियां प्राप्त कीतियां। बड़ी बड़ी गुरु के दर्शन करने वास्ते जिहड़े घरां तो आए सन, छोटे छोटे बच्चे प्यारे, वो भी इन्हां ने वेख्या कोई नहीं, गोलियां मार के शहीद कर दिते प्यारे। ये 84 वाला दिन कई बारी आखते ने लोग कि इसनूं भुल जाओ, पर प्यारे किवें भुलाया जा सकता। वो जिहड़ा दृश्य जदों अखां दे अगे आउंदा है प्यारे, पहली जून वाले दिन ही भाई महंगा सिंह, जिन्हां दा नाम कुलवंत सिंह भी सी, बबरां दी जथेबंदी दे नाल संबंधित सन प्यारे। पहली जून नूं उन्हां नूं गोलियां मार के शहीद कर दिता। पहली जून नूं गोलियां मार के शहीद कर दिता। जिस वेले उस शहीद का शरीर प्यारे भाई बलबीर सिंह जी कहते हैं, जदों वेख्या शरीर तो कहते उस वेले मैनूं याद आ गई, पता नहीं कितने कुछ शहीदों का चित्र कहते उन्हां दे विचों दिखाई दे रहा सी, कितने कुछ शहीदां सिंघां का चित्र उन्हां दे विचों मैनूं दिखाई दे रहा सी। प्यारो समा ही इस तरह का सी, दासरे दर्शन करन जाया करते सन, जदों पता लगता सी कि इस पासे वालों गोली चल रही है, इतने सिंह शहीद हो गए। प्यारो एक लांगरी भी बाबा टल वाले पासे नूं जिहड़ा कि अखंड कीर्तनी जथे दे लंगर बनाया करता सी, बाबा टल वाले पासे नूं जिस वेले गया कि उस नूं भी गोली मार के शहीद कर दिता। जदों सानूं पता लगा कि इस पासे नूं कहते गया सी सिंह ते CRPF वालियां ने गोलियां मार के उसनूं भी शहीद कर दिता। ते प्यारे जिस वेले भाई महंगा सिंह उन्हां दा शरीर वेखिया, भाई बलवीर सिंह हुणां ने कहते मैनूं कई सिंघां दी इन्हां दे विचों दर्शन दिदारे हो रहे सन, पुरातन सिंघां दे दर्शन दिदारे हो रहे सन, शहीदां सिंघां दे दर्शन दिदारे हो रहे सन। कहते जदों मैं तक रहा सी ते संस्कार कीता उन्हां दा प्यारे, ते उस वेले तो प्यारे कोई शुरुआत हो गई 3 जून वाले दिन, जिस वेले प्यारे बड़ा सुंदर किसी ने लिखाई ने कि भाई अमरीक सिंह होनी जिहड़े कि संत जरनैल सिंह होणां दी सज्जी बांह सन, प्यारे सज्जी बांह सन, उन्हां दा परिवार, उन्हां दी माता जी ते उन्हां दी धर्म पत्नी बीबी हरमीत कौर कहते जिस वेले मिलन वास्ते आए ते माता जी भी नाल कहते बैठे ने, बीबी जी भी नाल बैठे हुए ने, ते उन्हां नूं इह गल आख रहे ने कि तुसीं जदों किते कहते थोड़ी जी गोलाबारी बंद होंदी आ ते तुसीं घरां नूं चलिया जाना, कहती माहौल इत्थे बहुत खराब होंदा जा रहा है, क्योंकि गोलाबारी बहुत चल रही है, तुसीं जदों किते मौका मिले कि बाहर चलिया जाना। यार कुछ समान भी कहते लैके आए सन इन्हां दे वास्ते, कहते नहीं सानूं इह समान की कुछ लोड़ नहीं हैगी, तुसीं कहते बच्चियां नूं नाल लैके ते चलिया जाना। पहला प्यारिओ भाई हरमीत सिंह जी घरवाली जाण वास्ते राजी नहीं सी, मन दे विच सोच रही कि सानूं जाण वास्ते क्यों कहते ने,
ਸਾਨੂੰ ਜਾਣ ਵਾਸਤੇ ਕਿਉਂ ਕਹਿੰਦੇ ਹੁਣ ਤੁਸੀਂ ਬੱਚਿਆਂ ਨੂੰ ਲੈ ਕੇ ਚਲਿਆ ਜਾਓ, ਪਤਾ ਨਹੀਂ ਕਿਹੜੇ ਵੇਲੇ ਗੋਲੀ ਕਿਹੜੇ ਪਾਸਿਓਂ ਆ ਜਾਣੀ ਆ ਤੇ ਕਿਧਰੇ ਬੱਚਿਆਂ ਦਾ ਨੁਕਸਾਨ ਨਾ ਹੋਵੇ। ਅਸੀਂ ਤੇ ਇੱਥੇ ਸ਼ਹੀਦੀ ਦਾ ਜਾਮ ਲੈਣਾ ਹੈ। ਸਾਇੰਸ ਦੇ ਕਹਿੰਦੇ ਬੜੇ ਲੰਬੇ ਸਮੇਂ ਤੋਂ ਇਸ ਚੀਜ਼ ਦੀ ਉਡੀਕ ਦੇ ਵਿੱਚ ਸੀ ਕਿ ਇਹ ਸਮਾਂ ਬਣੇ। ਅੱਜ ਉਹ ਸਮਾਂ ਬਣਿਆ, ਇਹ ਸਮਾਂ ਅਸੀਂ ਹੱਥੋਂ ਨਹੀਂ ਗਵਾਉਣਾ ਚਾਹੁੰਦੇ। ਇਹ ਗੱਲਾਂ ਬਾਤਾਂ ਕਰ ਰਹੇ ਸਨ ਤੇ ਪਿਆਰੀ ਛੋਟੀ ਬੱਚੀ ਬੜੀ ਕਹਿੰਦੇ ਜਿੱਦ ਕਰ ਰਹੀ ਸੀ ਕਿਸ ਗੱਲ ਦੀ ਕਿ 50 ਦਾ ਨੋਟ ਮੰਗ ਰਹੀ ਸੀ, 50 ਦਾ ਨੋਟ ਮੰਗ ਰਹੀ ਸੀ। ਉਸ ਨੂੰ ਚੁੱਪ ਕਰਾਉਣ ਵਾਸਤੇ 50 ਦਾ ਨੋਟ ਦਿੱਤਾ। ਜਦੋਂ ਬੱਚੀ ਪਿਆਰੀ ਥੋੜੀ ਜਿਹੀ ਖੇਡਣ ਲੱਗ ਪਈ ਤੇ ਉਹਦੇ ਹੱਥ ਦੇ ਵਿੱਚੋਂ ਉਹ ਨੋਟ ਖਿੱਚ ਲਿਆ ਤੇ ਨਾਲ ਦੇ ਸਿੰਘ ਆਖਣ ਲੱਗੀ, ਭਾਈ ਸਾਹਿਬ ਜੀ ਕਹਿੰਦੇ ਇਹ ਨੋਟ ਕਦ ਲਈ ਖਿੱਚ ਲਿਆ ਤੁਸੀਂ? ਕਹਿੰਦੇ ਨਹੀਂ, ਇਹ ਕਹਿੰਦੇ ਜਿਹੜਾ ਨੋਟ ਹੈ ਇਹ 5 ਰੁਪਈਏ ਹਨ, ਕਹਿੰਦੇ ਇਹ ਗੁਰੂ ਘਰ ਦੇ ਹਨ, ਇਹ ਗੁਰੂ ਘਰ ਦੇ ਨੇ। ਮੈਂ ਇਹਨਾਂ ਬੱਚਿਆਂ ਨੂੰ 1 ਰੁਪਈਆ ਵੀ ਗੁਰੂ ਦਰਬਾਰ ਦੇ ਨਹੀਂ ਦੇਣਾ ਚਾਹੁੰਦਾ ਕਿ ਇਹ ਗੁਰੂ ਦਰਬਾਰ ਦੀ ਅਮਾਨਤ ਹਨ 5 ਰੁਪਈਏ ਪਿਆਰੇ। ਤੇ ਆਪਣੀ ਮਾਂ ਦੇ ਨਾਲ ਵੀ ਗੱਲਾਂ ਕਾਫੀ ਕੀਤੀਆਂ ਪਿਆਰੀਆਂ, ਮਾਤਾ ਜੀ ਨਾਲ ਗੱਲਾਂ ਕਾਫੀ ਕੀਤੀਆਂ ਤੇ ਇਹ ਗੱਲ ਆਖੀ ਕਿ ਅਸੀਂ ਹੁਣ ਸ਼ਹੀਦੀ ਦਾ ਜਾਮ ਪੀਣਾ ਹੈ। ਬੜੇ ਲੰਬੇ ਸਮੇਂ ਤੋਂ ਉਡੀਕ ਕਰ ਰਹੇ ਸੀ, ਕਿਉਂਕਿ ਸਨ 78 ਦੇ ਵਿੱਚ ਵੀ ਭਾਈ ਅਮਰੀਕ ਸਿੰਘ ਜੀ ਹੁਣੀ ਤੇ ਬਾਬਾ ਠਾਰਾ ਸਿੰਘ ਹੋਣਾ ਨੂੰ ਕਾਫੀ ਸਮਾਂ ਜੇਲ੍ਹ ਦੇ ਵਿੱਚ ਰੱਖਿਆ ਗਿਆ ਸੀ। ਜਦੋਂ ਕੋਈ ਪਿਆਰੀ ਸਬੂਤ ਨਾ ਮਿਲਿਆ ਤੇ ਫਿਰ ਉਹਨਾਂ ਨੂੰ ਛੱਡਣਾ ਪਿਆ, ਕਿਉਂਕਿ ਧਰਮਯੋਧ ਮੋਰਚਾ ਚੱਲ ਰਿਹਾ ਸੀ। ਧਰਮਯੋਧ ਮੋਰਚੇ ਦੇ ਵਿੱਚ ਬਹੁਤ ਸਾਰੇ ਸਿੱਖ ਮਰਜ਼ੀ ਬੜੇ ਰੋਜ਼ਾਨਾ ਹੀ ਪਿਆਰੇ ਜਥਿਆਂ ਦੇ ਰੂਪ ਦੇ ਵਿੱਚ ਜਾਇਆ ਕਰਦੇ ਸਨ। ਧਰਮਯੋਧ ਮੋਰਚੇ ਦੇ ਡਿਕਟੇਟਰ ਸਨ ਸੰਤ ਹਰਚੰਦ ਸਿੰਘ ਜੀ ਲੰਗੋਵਾਲ ਤੇ ਨਾਲ ਬਾਬਾ ਜਰਨੈਲ ਸਿੰਘ ਜੀ, ਸੰਤ ਬਾਬਾ ਜਰਨੈਲ ਸਿੰਘ ਜੀ, ਜੋ ਕਿ ਨਾਲ ਧਰਮਯੋਧ ਮੋਰਚੇ ਦੇ ਵਿੱਚ ਪੂਰਾ ਸਾਥ ਦੇ ਰਹੇ ਸਨ ਪਿਆਰੇ। ਹੁਣ ਕਹਿੰਦੇ ਵੀ ਜਿਸ ਵੇਲੇ ਭਾਈ ਅਮਰੀਕ ਸਿੰਘ ਜੀ ਹੋਣਾ ਨੇ ਇਹ ਗੱਲ ਆਖੀ ਕਿ ਤੁਸੀਂ ਹੁਣ ਚਲਿਆ ਜਾਓ ਤੇ ਨਾਲ ਇਹ ਵੀ ਗੱਲ ਆਖੀ ਕਿ ਆ ਮੇਰੀਆਂ ਬੱਚੀਆਂ ਦੀ ਚੰਗੀ ਤਰੀਕੇ ਦੇ ਨਾਲ ਪੜ੍ਹਾਈ ਕਰਾਉਣੀ ਹੈ, ਇਹਨਾਂ ਦੀ ਦੇਖ ਰੇਖ ਕਰਨੀ ਹੈ। ਪਿਆਰੀ ਇਤਿਹਾਸ ਦੇ ਵਿੱਚ ਇਹ ਵੀ ਜ਼ਿਕਰ ਆਉਂਦਾ ਕਿ ਸੰਤ ਬਾਬਾ ਜਰਨੈਲ ਸਿੰਘ ਹੋਣਾ ਨੇ ਭਾਈ ਅਮਰੀਕ ਸਿੰਘ ਹੋਣਾ ਨੂੰ ਇਹ ਗੱਲ ਆਖੀ ਸੀ ਕਿ ਭਾਈ ਸਾਹਿਬ ਜੀ ਤੁਹਾਡੇ ਵਰਗੇ ਯੋਧਿਆਂ ਦੀ ਲੋੜ ਹੈ, ਤੁਸੀਂ ਚਲਿਆ ਜਾਓ। ਬੇਸ਼ੱਕ ਕਿ ਤੁਸੀਂ ਰਹਿਨੁਮਾਈ ਕਰ ਸਕਦੇ ਹੋ ਸਿੱਖ ਕੌਮ ਦੀ, ਤੁਹਾਡੇ ਵਰਗੇ ਯੋਧਿਆਂ ਦੀ ਲੋੜ ਹੈ। ਤੇ ਭਾਈ ਅਮਰੀਕ ਸਿੰਘ ਹੋਣਾ ਨੇ ਉਸ ਵੇਲੇ ਇਹ ਗੱਲ ਆਖੀ, ਬਾਬਾ ਜੀ ਇਹ ਗੱਲ ਮੈਨੂੰ ਤੁਸੀਂ ਕਿਉਂ ਆਖਦੇ ਹੋ? ਮੈਂ ਤੇ ਇੱਥੇ ਤੁਹਾਡੇ ਨਾਲ ਕਹਿੰਦੇ ਸ਼ਹੀਦੀ ਦਾ ਪੀਵਾਂਗਾ। ਗਗਨ ਦਮਾਮਾ ਬਾਜੇ ਪਰਿਓ ਨਿਸ਼ਾਨੇ ਘਾਓ, ਖੇਤ ਜੋ ਮਾਂਡਿਓ ਸੂਰਮਾ ਅਬ ਜੁਜਨ ਕੋ ਦਾਓ। ਸੂਰਾ ਸੋ ਪਹਿਚਾਨੀਏ ਜੋ ਲੜੈ ਦੀਨ ਕੇ ਹੇਤ, ਪੁਰਜਾ ਕਟ ਮਰੈ ਕਬਹੂ ਨਾ ਛੱਡੈ ਖੇਤ। ਤੇ ਪਿਆਰੇ ਜਕਾਰੀ ਉਸ ਵੇਲੇ ਲੱਗ ਗਏ ਜਿਸ ਵੇਲੇ ਭਾਈ ਅਮਰੀਕ ਸਿੰਘ ਹੋਣਾ ਨੇ ਇਹ ਗੱਲ ਆਖੀ ਕਿ ਮੈਂ ਬਾਹਰ ਨਹੀਂ ਜਾਵਾਂਗਾ, ਮੈਂ ਤਾਂ ਸ਼ਹੀਦੀ ਦਾ ਜਾਮ ਪੀਵਾਂਗਾ। ਸੰਤ ਬਾਬਾ ਜਰਨੈਲ ਸਿੰਘ ਜੀ ਹੋਣਾ ਨੇ ਪਿਆਰੇ ਸਿਰੋਂ ਪਾਉ ਮੰਗਵਾਏ ਹੋਏ ਸਨ ਤੇ ਨਾਲ ਜੋਧੇ ਜਿਤਨੇ ਸਨ ਉਹਨਾਂ ਨੂੰ ਇਹ ਗੱਲ ਆਖੀ ਸਾਰਿਆਂ ਨੂੰ ਬੜੇ ਪਿਆਰ ਦੇ ਨਾਲ। ਕਹਿੰਦੇ ਮੈਨੂੰ ਕਿਸੇ ਦੀ ਗਿਲਾ ਕੋਈ ਨਹੀਂ, ਤੁਸੀਂ ਸਾਰੇ ਗੁਰਬਾਣੀ ਪੜ੍ਹ ਕੇ ਧੰਨ ਗੁਰੂ ਰਾਮਦਾਸ ਮਹਾਰਾਜ ਜੀਆਂ ਦੇ ਦਰ ਦੇ ਉੱਤੇ ਕਬੂਲ ਹੋ। ਤੁਸੀਂ ਰੋਜ਼ਾਨਾ ਗੁਰਬਾਣੀ ਪੜ੍ਹਦੇ ਹੋ, ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀਆਂ ਦੇ ਦਰਸ਼ਨ ਦਿਦਾਰੇ ਕਰਦੇ ਹੋ ਤੇ ਮੈਂ ਤੁਹਾਡੇ ਤੇ ਬਹੁਤ ਖੁਸ਼ ਹਾਂ। ਪਰ ਜੇ ਤੁਹਾਡੇ ਵਿੱਚੋਂ ਕੋਈ ਜਾਣਾ ਚਾਹੁੰਦਾ ਤੇ ਕਹਿੰਦੇ ਉਸ ਨੂੰ ਬੜੇ ਮਾਣ ਦੇ ਨਾਲ ਤੋਰਿਆ ਜਾਵੇਗਾ। ਆਹ ਸਿਰੋਂ ਪਾਉ ਲਿਆਂਦੇ ਹੋਏ ਹਨ ਕਿ ਉਹਨਾਂ ਨੂੰ ਸਿਰੋਂ ਪਾਉ ਦਿੱਤਾ ਜਾਵੇਗਾ। ਉਹ ਜਿਹੜਾ ਜਾਣਾ ਚਾਹੁੰਦਾ ਬੜੀ ਖੁਸ਼ੀ ਦੇ ਨਾਲ ਸਾਨੂੰ ਦੱਸ ਕੇ ਜਾ ਸਕਦਾ। ਯਾਰੂ ਇਹ ਗੱਲ ਜਿਸ ਵੇਲੇ ਭਾਈ ਸਵੇਗ ਸਿੰਘ ਹੋਣਾ ਨੇ ਸੁਣੀ ਨਾ ਤੇ ਉਹ ਗੱਲ ਇਹ ਕਹਿੰਦੇ ਸੰਤ ਜੀ ਕਹਿੰਦੇ ਆਹ ਗੱਲ ਤੇ ਕਹਿੰਦੇ ਆਰਮੀ ਦੇ ਵਿੱਚ ਬੜੀ ਦੇਰ ਮੈਂ ਕਮਾਂਡ ਕੀਤੀ ਹੈ। ਜੇ ਕਿਧਰੇ ਸਾਡੀ ਆਰਮੀ ਦੇ ਵਿੱਚ ਇਹੋ ਜਿਹੀਆਂ ਗੱਲਾਂ ਕਹਿੰਦੇ ਹੁੰਦੀਆਂ ਤੇ ਕਹਿੰਦੇ ਬਹੁਤ ਸਾਰੇ ਲੋਕ ਚਲਿਆ ਜਾਂਦੇ। ਪਰ ਆਹ ਮੈਂ ਵਿਲੱਖਣ ਗੱਲ ਦੇਖੀ ਹੈ, ਜਦੋਂ ਤੁਸੀਂ ਕਹਿ ਰਹੇ ਹੋ ਇਹ ਗੱਲ
ਨਾਲ ਦੇ ਸਿੱਖਾਂ ਨੂੰ ਇਹ ਗੱਲ ਕਹਿ ਰਹੇ ਹੋ, ਯੋਧਿਆਂ ਨੂੰ ਇਹ ਗੱਲ ਕਹਿ ਰਹੇ ਹੋ, ਜਿਨ੍ਹਾਂ ਨੇ ਇੱਥੇ ਤੁਹਾਡੇ ਨਾਲ ਸਾਥ ਦੇਣਾ ਹੈ। ਕਹਿੰਦੇ ਉਹ ਸਾਰਿਆਂ ਨੇ ਇਹ ਗੱਲ ਆਖੀ, ਸੰਤ ਜੀ ਨਹੀਂ, ਅਸੀਂ ਤੁਹਾਡੇ ਨਾਲ ਹੀ ਰਹਾਂਗੇ, ਸ਼ਹੀਦੀ ਦਾ ਜਾਮ ਪੀਵਾਂਗੇ, ਅਸੀਂ ਜਾਣ ਵਾਸਤੇ ਨਹੀਂ ਆਏ, ਅਸੀਂ ਧਰਮ ਦੇ ਲੇਖੇ ਜਿੰਦ ਵਾਰਨ ਵਾਸਤੇ ਆਏ ਹਾਂ। ਜਿਸ ਤਰ੍ਹਾਂ ਤੁਸੀਂ ਕਹਿੰਦੇ ਹੋ ਨਾ, ਜੋ ਪਰਨ ਆਸਾਨੀ ਕੀਤਾ ਸੀ ਉਹ ਸਿਰ ਦੇ ਨਾਲ ਨਿਭਾ ਚੱਲੇ, ਕਹਿੰਦੇ ਅਸੀਂ ਪ੍ਰਣ ਨਿਭਾਵਾਂਗੇ ਸਿਰ ਦੇ ਨਾਲ। ਮੇਰਾ ਸਿੱਖੀ ਸਿਦਕ ਨਾ ਜਾਵੇ, ਸਿਰ ਜਾਵੇ ਤਾਂ ਜਾਵੇ, ਸਿਰ ਭਾਵੇਂ ਚਲਿਆ ਜਾਵੇ ਪਰ ਮੇਰਾ ਸਿੱਖੀ ਸਿਦਕ ਨਾ ਜਾਵੇ। ਸਿੱਖਾਂ ਦੇ ਵਿੱਚ ਮਨ ਅੰਦਰ ਪਿਆਰਿਓ ਇਤਨੇ ਵਲਵਲੇ ਸਨ, ਇਤਨੇ ਵਲਵਲੇ ਸਨ। ਉਸ ਵੇਲੇ ਜਿਹੜਾ ਵੀ ਸਿੱਖ ਸੁਣਦਾ ਸੀ ਕਿ ਜਦੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਗੋਲੀਆਂ ਦਾਗੀਆਂ ਜਾਂਦੀਆਂ ਸਨ, ਤੋਪਾਂ ਦੇ ਨਾਲ ਫੈਰ ਕੀਤੇ ਜਾਂਦੇ ਸਨ, ਸਾਰਿਆਂ ਦੇ ਹਿਰਦੇ ਬਲੁੰਦਰੇ ਜਾਂਦੇ ਸਨ। ਪਿਆਰੇ ਦਾਸਰੇ ਉੱਥੇ ਉਦੋਂ ਪੜ੍ਹਾਈ ਕਰ ਰਹੇ ਸਨ। ਫੌਜ ਦੇ ਵਿੱਚ ਦਾਸਰੇ ਦੇ ਨਾਲ ਇੱਕ ਸਿੰਘ ਜੋ ਰਾਜਸਥਾਨ ਤੋਂ ਸੀ, ਉਹ ਕਹਿੰਦਾ ਕਿ ਧੰਨ ਗੁਰੂ ਰਾਮਦਾਸ ਮਹਾਰਾਜ ਇਹਨਾਂ ਨੂੰ ਅੰਨ੍ਹਿਆ ਕਿਉਂ ਨਹੀਂ ਕਰਦੇ। ਕਹਿੰਦੇ ਧੰਨ ਗੁਰੂ ਰਾਮਦਾਸ ਮਹਾਰਾਜ ਆ ਜਿਹੜੇ ਗੋਲੀਆਂ ਚਲਾ ਰਹੇ ਨੇ, ਕਹਿੰਦੇ ਇਹਨਾਂ ਨੂੰ ਅੰਨ੍ਹਿਆ ਕਿਉਂ ਨਹੀਂ ਕਰ ਦਿੰਦੇ। ਮੈਂ ਪਿਆਰਿਆ, ਧੰਨ ਗੁਰੂ ਰਾਮਦਾਸ ਮਹਾਰਾਜ, ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦਾ ਸ਼ਹੀਦੀ ਪੁਰਬ ਮਨਾਇਆ ਜਾ ਰਿਹਾ ਸੀ। ਮੈਂ ਕਿਹਾ ਤੁਹਾਡੇ ਸਾਹਮਣੇ ਗੱਲ ਹੈ ਕਿ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕੀ ਨਹੀਂ ਸੀ ਕਰ ਸਕਦੇ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕੀ ਨਹੀਂ ਸੀ ਕਰ ਸਕਦੇ। ਉਹ ਤਤੀਆਂ ਲੋਹਾਂ ਤੇ ਬੈਠ ਕੇ ਪਿਆਰਿਓ ਸਾਨੂੰ ਇਹ ਸਬਕ ਪੜ੍ਹਾ ਰਹੇ ਸਨ, ਸਾਨੂੰ ਇਹ ਸਬਕ ਪੜ੍ਹਾ ਰਹੇ ਸਨ ਕਿ ਕਦੇ ਵੀ ਤੁਹਾਨੂੰ ਇਹ ਸਮਾਂ ਵੇਖਣਾ ਪੈ ਸਕਦਾ ਹੈ। ਤਾਂ ਕਿ ਮੇਰੇ ਸਤਿਗੁਰਾਂ ਨੇ ਉਚਾਰਨ ਕੀਤਾ ਨਾ, ਤਤੀਆਂ ਲੋਹਾਂ ਤੇ ਵੀ ਬੈਠ ਕਰਕੇ ਹਰ ਕਾ ਨਾਮ ਹਿਰਦੈ ਨਿਤ ਧਿਆਈ, ਸੰਗੀ ਸਾਥੀ ਸਗਲ ਤਰਾਈ, ਗੁਰ ਮੇਰੇ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤਿਸ ਸਦਾ ਸੰਭਾਲੇ, ਤੇਰਾ ਕੀਆ ਮੀਠਾ ਲਾਗੇ, ਹਰ ਨਾਮ ਪਦਾਰਥ ਨਾਨਕ ਮੰਗੇ। ਪਿਆਰੂ ਕੋਈ ਸਿੱਖ ਨਹੀਂ ਸੀ ਐਸਾ ਉਸ ਵੇਲੇ ਜਿਹਦੇ ਮਨ ਦੇ ਵਿੱਚ ਇਹ ਗੱਲ ਨਾ ਹੋਵੇ। ਹਰ ਸਿੱਖ ਚਾਹੁੰਦਾ ਸੀ ਕਿ ਧੰਨ ਗੁਰੂ ਰਾਮਦਾਸ ਮਹਾਰਾਜ ਜੀਆਂ ਦੇ ਦਰ ਤੇ ਮੈਂ ਸ਼ਹੀਦੀ ਦਾ ਜਾਮ ਪੀ ਲਵਾਂ, ਮੈਂ ਸ਼ਹੀਦੀ ਦਾ ਜਾਮ ਪੀ ਲਵਾਂ। ਤੇ ਬਾਬਾ ਜਿਸ ਵੇਲੇ ਸੰਤ ਜਰਨੈਲ ਸਿੰਘ ਹੋਰਾਂ ਨੇ ਇਹ ਗੱਲ ਆਖੀ ਨਾ ਕਿ ਜਿਹੜਾ ਜਾਣਾ ਚਾਹੁੰਦੇ ਨੇ ਜਾ ਸਕਦੇ ਨੇ, ਤੇ ਭਾਈ ਸੁਬੇਗ ਸਿੰਘ ਹੋਰਾਂ ਨੇ ਇਹ ਗੱਲ ਆਖੀ, ਇਹ ਗੱਲ ਵਿਲੱਖਣ ਵੇਖੀ ਹੈ। ਜੇ ਆਰਮੀ ਦੇ ਵਿੱਚ ਕਹਿੰਦੇ ਇਸ ਤਰ੍ਹਾਂ ਦੀ ਕੋਈ ਗੱਲ ਹੁੰਦੀ ਤੇ ਬਹੁਤ ਸਾਰੇ ਲੋਕ ਜਿਹੜੇ ਜੰਗ ਵੇਲੇ ਸਿੱਖ ਜਿਤਨੇ ਵੀ ਜੁਝਾਰੂ ਹੋਣ ਭੱਜ ਜਾਣ, ਪਰ ਇੱਥੇ ਕਿਸੇ ਨੇ ਇਹ ਗੱਲ ਨਹੀਂ ਆਖੀ ਕਿ ਅਸੀਂ ਚਲਿਆ ਜਾਣਾ। ਸਾਰਿਆਂ ਨੇ ਇਹੋ ਗੱਲ ਆਖੀ ਹੈ ਕਿ ਅਸੀਂ ਜਾਨ ਦੀ ਬਾਜ਼ੀ ਲਾਉਣ ਵਾਸਤੇ ਆਏ ਹਾਂ, ਧੰਨ ਗੁਰੂ ਰਾਮਦਾਸ ਮਹਾਰਾਜ ਜੀਆਂ ਦੇ ਦਰ ਦੇ ਉੱਤੇ ਤੇ ਜਾਨ ਦੀ ਬਾਜ਼ੀ ਲਾ ਕੇ ਜਾਵਾਂਗੇ, ਯੁੱਧ ਕਰਾਂਗੇ। ਕਹਿੰਦੇ ਇਸ ਤਰ੍ਹਾਂ ਨਹੀਂ ਅਸੀਂ ਜਾਵਾਂਗੇ। ਜਿਹੜੇ ਵੀ ਦਰਸ਼ਨ ਦੀਦਾਰ ਕਰਨ ਵਾਸਤੇ ਪਿਆਰੇ ਹੁੰਦੇ ਸਨ, ਧੰਨ ਗੁਰੂ ਰਾਮਦਾਸ ਮਹਾਰਾਜ ਜੀਆਂ ਦੇ ਦਰਸ਼ਨ ਦੀਦਾਰੇ ਕਰਨ ਵਾਸਤੇ ਸਤਿਗੁਰਾਂ ਦੇ ਮੁਬਾਰਕ ਬਚਨ ਹਨ। ਗੁਰ ਬਾਰਿਸ਼ ਹਮਲ ਹੋ ਮਿਲ ਕੰਚਨ ਹੋਇਆ ਰਾਮ, ਜੋਤੀ ਜੋਤ ਮਿਲਾਏ ਕਾਇਆ ਗੜ ਸੋਹਿਆ ਰਾਮ, ਕਾਇਆ ਗੜ ਸੋਹਿਆ ਮੇਰੇ ਪ੍ਰਭ ਹੋਇਆ, ਕਿਉਂ ਸਾਸ ਗਰਾਸ ਵਿਸਾਰੀ ਹੈ, ਸਤਿਗੁਰ ਆਗੇ ਸੀਸ ਭੇਟ ਦੇਵ, ਜੇ ਸਤਿਗੁਰ ਸਾਚੇ ਭਾਵੈ ਆਪੇ ਦਇਆ ਕਰੂ ਪ੍ਰਭ ਦਾਤੇ, ਨਾਨਕ ਅੰਕ ਸਮਾਵੀ। ਪਿਆਰੇ ਜਿਨ੍ਹਾਂ ਨੂੰ ਇਹ ਪਤਾ ਲੱਗ ਜਾਂਦਾ ਆਪਣੇ ਅੱਗੇ ਨੂੰ ਉਹ ਸਵਾਰ ਲੈਂਦੇ ਨੇ। ਗੁਰਮੁਖ ਲਾਹਾ ਲੈ ਗਏ, ਉਹ ਲਾਹਾ ਲੈ ਕੇ ਗਏ ਨੇ। ਪਿਆਰੇ ਅੱਜ ਵੀ ਅਸੀਂ ਭਾਈ ਅਮਰੀਕ ਸਿੰਘ ਹੋਰਾਂ ਨੂੰ, ਸੰਤ ਬਾਬਾ ਜਰਨੈਲ ਸਿੰਘ ਹੋਰਾਂ ਨੂੰ ਯਾਦ ਕਰਦੇ ਹਾਂ। ਯਾਦ ਕਿਉਂ ਕਰਦੇ ਹਾਂ ਕਿ ਜੋ ਉਹਨਾਂ ਨੇ ਪ੍ਰਣ ਕੀਤਾ ਸੀ ਉਸ ਨੂੰ ਪੂਰਾ ਇਨ ਬਿਨ ਨਿਭਾਇਆ, ਇਨ ਬਿਨ ਨਿਭਾਇਆ, ਜਾਨ ਦੀ ਪਰਵਾਹ ਨਹੀਂ ਕੀਤੀ। ਆਓ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਜੋ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ, ਜੁੜਨਾ ਕਰੀਏ। ਮੇਰੇ ਸ਼ਾਹ ਮੈਂ ਹਰ ਦਰਸ਼ਨ ਸੁਖ ਹੋਏ, ਐ ਮੇਰੇ ਸ਼ਾਹ, ਐ ਮੇਰੇ ਵਾਹਿਗੁਰੂ, ਮੇਰੇ ਤੇ ਇਹ ਬਖਸ਼ਿਸ਼ ਕਰੋ ਮੈਂ ਤੁਹਾਡੇ ਦਰਸ਼ਨ ਦੀਦਾਰ ਦਾ ਆਨੰਦ ਮਾਣਾਂ। ਮੇਰੇ ਤੇ ਇਹ ਰਹਿਮਤ ਕਰੋ ਮੈਂ ਤੁਹਾਡੇ ਦਰਸ਼ਨ ਦੀਦਾਰ ਕਰਦਾ ਰਹਾਂ। ਪਿਆਰੇ ਚਲਿਆ ਦੀ ਇਸ ਜਗਤ ਤੋਂ ਸਾਰਿਆਂ ਨੇ ਜਾਣਾ, ਜਿਹੜੇ ਗੁਰੂ ਦੇ ਚਰਨਾਂ ਦੇ ਨਾਲ ਜੁੜ ਕਰਕੇ ਦਰਸ਼ਨ ਦੀਦਾਰ ਕਰਦੇ ਆ ਗੁਰੂ ਦੇ ਹੋ ਕਰਕੇ ਜਾਂਦੇ ਨੇ, ਉਹ ਆਪਣਾ ਅੱਗਾ ਸਵਾਰ ਲੈਂਦੇ। ਛੋਟੀ ਜਿਹੀ ਗੱਲ ਤਾਂ ਮੈਂ ਆਪ ਜੀ ਦੇ
ਸਾਹਮਣੇ ਰੱਖਣੀ ਚਾਹੁੰਦਾ। ਕਹਿੰਦੀ ਇੱਕ ਰਾਜ ਐਸਾ ਸੀ ਜਿਸ ਰਾਜ ਦੇ ਵਿੱਚ ਉਹਨਾਂ ਨੇ ਪਤਾ ਕੀ ਬਣਾਇਆ ਹੋਇਆ ਸੀ ਕਿ ਜਿਹੜਾ ਵੀ ਰਾਜਾ ਬਣੇਗਾ, ਜਿਹੜਾ ਰਾਜਾ ਬਣੇਗਾ 5 ਸਾਲ ਉਹ ਰਾਜ ਕਰੇਗਾ, ਤੇ 5 ਸਾਲਾਂ ਬਾਅਦ ਉਹ ਕੀ ਕਰਦੇ ਸੀ ਕਿ ਉਸ ਰਾਜੇ ਨੂੰ ਨਦੀ ਤੋਂ ਪਾਰ ਛੱਡ ਆਉਣਾ। ਕਹਿੰਦੇ ਕਿ ਹੁਣ ਇਸ ਨੂੰ ਸੁੱਖ ਸਾਧਨ ਕੋਈ ਨਹੀਂ, ਨਦੀ ਤੋਂ ਪਾਰ ਜੰਗਲ ਦੇ ਵਿੱਚ ਛੱਡ ਦੇਣਾ ਸਾਰਿਆਂ ਵਾਸਤੇ ਇਹ ਉਹਨਾਂ ਇੱਕ ਨਿਯਮ ਬਣਾਇਆ ਹੋਇਆ ਸੀ ਕਿ ਜਿਹੜਾ ਵੀ ਰਾਜਾ ਬਣੇਗਾ ਪਹਿਲਾਂ ਸੋਚ ਕੇ ਬਣੇ, 5 ਸਾਲ ਤੇ ਉਹ ਰਾਜ ਭੋਗੇਗਾ, ਪਰ ਉਸ ਤੋਂ ਬਾਅਦ ਉਸ ਨੂੰ ਕਹਿੰਦੇ ਨਦੀ ਤੋਂ ਪਾਰ ਜੰਗਲ ਦੇ ਵਿੱਚ ਛੱਡ ਦਿੱਤਾ ਜਾਵੇਗਾ। ਸਾਰੀ ਜ਼ਿੰਦਗੀ ਮੁੜ ਕੇ ਨਰਕ ਦੀ ਭੋਗਦਾ ਸੀ, ਬੜੀ ਔਖੀ ਜ਼ਿੰਦਗੀ ਭੋਗਦਾ ਸੀ। ਹੁਣ ਇਸੇ ਤਰ੍ਹਾਂ ਕਹਿੰਦੇ ਚੱਲਦਾ ਆਇਆ, ਜਿਹੜਾ ਰਾਜਾ ਹੁੰਦਾ ਸੀ 5 ਸਾਲ ਆਪਣੇ ਪੂਰੇ ਕਰਕੇ ਉਸ ਨੂੰ ਕਹਿੰਦੇ ਛੱਡਣਾ ਜੰਗਲ ਦੇ ਵਿੱਚ। ਇੱਕ ਕਹਿੰਦੇ ਕੋਈ ਧਰਮਾਤਮਾ ਪ੍ਰਭੂ ਦਾ ਪਿਆਰਾ, ਉਸ ਨੂੰ ਕਹਿੰਦੇ ਕਿ ਅਸੀਂ ਚਾਹੁੰਦੇ ਹਾਂ ਕਿ ਤੁਹਾਨੂੰ ਰਾਜ ਭਾਗ ਦਿੱਤਾ ਜਾਵੇ, ਤੁਹਾਨੂੰ ਹੁਣ ਬਾਦਸ਼ਾਹੀ ਦਿੱਤੀ ਜਾਵੇ, ਪਰ ਤੁਸੀਂ ਚਾਹੁੰਦੇ ਹੋ ਰਾਜ ਭਾਗ ਕਰਨਾ, ਤੁਸੀਂ ਰਾਜ ਭਾਗ ਕਰਨਾ ਚਾਹੁੰਦੇ ਹੋ। ਕਹਿੰਦੇ ਅਸੀਂ ਜੇ ਪਰਮੇਸ਼ਰ ਦਾ ਚਿੰਤਨ ਕਰਦੇ ਹਾਂ, ਉਸ ਮਾਲਕ ਦੇ ਚਰਨਾਂ ਦੇ ਨਾਲ ਜੁੜੇ ਹੋਏ ਹਾਂ, ਸਾਨੂੰ ਰਾਜ ਦੀ ਤਾਂ ਲੋੜ ਨਹੀਂ, ਪਰ ਜੇ ਤੁਸੀਂ ਕਹਿੰਦੇ ਹੋ ਕਿ ਮੈਂ ਕਰ ਲਵਾਂਗਾ। ਮੈਨੂੰ ਇਹ ਦੱਸੋ ਕਿ ਰਾਜ ਭਾਗ ਕਰਦਿਆਂ ਜਿਹੜੀਆਂ ਤੁਹਾਡੀਆਂ ਸ਼ਰਤਾਂ ਨੇ, ਮੈਂ ਸੁਣਿਆ ਵੀ ਕੁਝ ਸ਼ਰਤਾਂ ਰੱਖੀਆਂ ਹੋਈਆਂ ਨੇ। ਕਹਿੰਦੇ ਹਾਂ, ਸ਼ਰਤਾਂ ਇਹ ਰੱਖੀਆਂ ਹੋਈਆਂ ਨੇ ਕਿ ਜਿਹੜਾ ਰਾਜ ਭਾਗ ਕਰੇਗਾ 5 ਸਾਲ, 5 ਸਾਲਾਂ ਤੋਂ ਬਾਅਦ ਉਸ ਨੂੰ ਨਦੀ ਤੋਂ ਪਾਰ ਜੰਗਲ ਦੇ ਵਿੱਚ ਛੱਡ ਦਿੱਤਾ ਜਾਵੇਗਾ, ਉਸ ਨੂੰ ਜੰਗਲ ਦੇ ਵਿੱਚ ਛੱਡ ਦਿੱਤਾ ਜਾਵੇਗਾ। ਕਹਿੰਦੇ ਠੀਕ ਹੈ, ਮੈਨੂੰ ਮਨਜ਼ੂਰ ਹੈ। ਕਹਿੰਦੇ 5 ਸਾਲ ਦਾ ਸਮਾਂ ਤੇ ਬਹੁਤ ਹੈ, 5 ਸਾਲ ਦਾ ਸਮਾਂ ਤਾਂ ਬਹੁਤ ਹੈ, 5 ਸਾਲਾਂ ਵਿੱਚ ਤਾਂ ਬਹੁਤ ਕੁਝ ਕੀਤਾ ਜਾ ਸਕਦਾ। ਪਰ ਹੁਣ ਜਿਤਨੇ ਰਾਜੇ ਪਹਿਲੇ ਸਨ ਉਹ ਰਾਜ ਭਾਗ ਭੋਗ ਕੇ ਤੇ ਚਲਿਆ ਜਾਂਦੇ ਸਨ ਜੰਗਲ ਦੇ ਵਿੱਚ, ਆਪਣੀ ਨਰਕ ਭਰੀ ਜ਼ਿੰਦਗੀ ਬਤੀਤ ਕਰਦੇ ਸਨ। ਇਹ ਜਿਸ ਵੇਲੇ ਧਰਮਾਤਮਾ ਸੀ, ਪ੍ਰਭੂ ਦਾ ਪਿਆਰਾ ਸੀ, ਇਸ ਨੇ ਸੋਚਿਆ ਕਿ ਜਿਸ ਜਗ੍ਹਾ ਤੇ ਜਾਂਦੇ ਹਨ ਸਾਰੇ ਰਾਜੇ, ਉਸ ਜਗ੍ਹਾ ਨੂੰ ਪਹਿਲੋਂ ਕਹਿੰਦੇ ਬਣਾਇਆ ਜਾਵੇ। ਇਹਨਾਂ ਨੇ ਕੀ ਕੀਤਾ ਕਿ ਰਾਜ ਭਾਗ ਲੈਂਦਿਆਂ ਹੋਇਆ ਹੀ ਜਦੋਂ ਰਾਜ ਭਾਗ ਸੰਭਾਲਿਆ, ਉਸੇ ਵੇਲੇ ਕਹਿੰਦੇ ਨਦੀ ਤੋਂ ਪਾਰ ਇੱਕ ਸ਼ਹਿਰ ਵਸਾਉਣਾ ਸ਼ੁਰੂ ਕਰ ਦਿੱਤਾ। ਨਦੀ ਦੇ ਉੱਤੇ ਪੁਲ ਬਣ ਦਿੱਤਾ ਤੇ ਸ਼ਹਿਰ ਇਤਨਾ ਸੁੰਦਰ ਵਸਾ ਦਿੱਤਾ, ਇਹੋ ਜਿਹਾ ਸ਼ਹਿਰ ਵਸਾ ਦਿੱਤਾ ਕਿ ਸਾਰਾ ਜਿਤਨੇ ਵੀ ਲੋਕ ਸਨ ਉਹ ਚਾਹੁੰਦੇ ਸਨ ਕਿ ਇਸ ਸ਼ਹਿਰ ਦੇ ਵਸਨੀਕ ਹੋਈਏ। ਜਿਵੇਂ ਪਿਆਰੂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਦਿਦਾਰੇ ਕਰਨ ਵਾਸਤੇ ਵੀ ਸੰਗਤਾਂ ਆਉਂਦੀਆਂ ਤੇ ਸਾਰੇ ਚਾਹੁੰਦੇ ਨੇ ਵੇਖ ਕੇ ਕਿ ਇੱਥੇ ਲਾਗੇ ਛਾਗੇ ਕਿਤੇ ਜਗ੍ਹਾ ਹੋਵੇ, ਇੱਥੇ ਮਕਾਨ ਬਣਾ ਲਈਏ, ਕਿਉਂਕਿ ਗੁਰੂ ਦੇ ਦਰਸ਼ਨ ਦਿਦਾਰੇ ਹੁੰਦੇ ਰਹਿਣਗੇ। ਉਸਨੇ ਕਹਿੰਦੇ ਉਹ ਸੁੰਦਰ ਸ਼ਹਿਰ ਬਣਾ ਦਿੱਤਾ, ਬੜੀਆਂ ਪਾਰਕਾਂ ਸੁੰਦਰ ਬਣਾ ਦਿੱਤੀਆਂ, ਸਾਰਾ ਕੁਝ ਵਧੀਆ ਬਣਾ ਦਿੱਤਾ, ਕਿਉਂਕਿ ਪ੍ਰਭੂ ਦੀ ਬੰਦਗੀ ਵਾਲਾ ਸਾਰਾ ਕੁਝ ਜਿਸ ਵੇਲੇ ਵਧੀਆ ਬਣਾ ਦਿੱਤਾ ਤੇ ਹੁਣ ਉਹਦੇ 5 ਸਾਲ ਪੂਰੇ ਹੋ ਗਏ। 5 ਸਾਲ ਪੂਰੇ ਹੋ ਗਏ ਤੇ ਉਸ ਨੂੰ ਕਹਿੰਦੇ ਕਿ ਤੁਹਾਡਾ ਸਮਾਂ ਤੇ ਪੂਰਾ ਹੋ ਗਿਆ। ਕਹਿੰਦਾ ਮੈਨੂੰ ਵੀ ਪਤਾ ਕਿ ਮੇਰਾ ਸਮਾਂ ਪੂਰਾ ਹੋ ਗਿਆ ਤੇ ਤੁਸੀਂ ਮੈਨੂੰ ਵਿਦਾਇਗੀ ਬਖਸ਼ੋ, ਮੈਂ ਜਾਣ ਵਾਸਤੇ ਤਿਆਰ ਹਾਂ, ਮੈਂ ਜਾਣ ਵਾਸਤੇ ਤਿਆਰ ਹਾਂ। ਜਿਸ ਨਦੀ ਦੀ ਤੁਸੀਂ ਗੱਲ ਕਰਦੇ ਹੋ ਉਸ ਤੋਂ ਪਾਰ ਮੈਂ ਜਾਣ ਨੂੰ ਤਿਆਰ ਹਾਂ। ਹੁਣ ਤੇ ਪੁਲ ਵੀ ਬਣ ਗਿਆ, ਹੁਣ ਤੇ ਨਗਰ ਵੀ ਬੜਾ ਸੁੰਦਰ ਵਸ ਗਿਆ ਤੇ ਮੈਂ ਜਾਣ ਨੂੰ ਤਿਆਰ ਹਾਂ। ਤੇ ਸਾਰੇ ਜਿਤਨੇ ਵੀ ਲੋਕ ਸਨ ਉਹ ਆਖਣ ਲੱਗੇ ਨਹੀਂ, ਹੁਣ ਤੁਹਾਡੇ ਜਾਣ ਦੀ ਲੋੜ ਨਹੀਂ, ਹੁਣ ਤੁਸੀਂ ਹੀ ਰਾਜ ਭਾਗ ਕਰੋ। ਪਿਆਰੂ ਕਾਰਨ ਇਹ ਕਿ ਜੇ ਸਾਨੂੰ ਉਮਰਾਂ ਮਿਲੀ, ਕਿਸੇ ਨੂੰ 10 ਸਾਲ ਦੀ, ਕਿਸੇ ਨੂੰ 20 ਸਾਲ ਦੀ, ਕਿਸੇ ਨੂੰ 50 ਸਾਲ ਦੀ, ਕਿਸੇ ਨੂੰ 70 ਸਾਲ ਦੀ, ਕਿਸੇ ਨੂੰ 90 ਸਾਲ ਦੀ, ਕਿਸੇ ਨੂੰ 100 ਸਾਲ ਦੀ, ਤੇ 100 ਸਾਲ ਤੋਂ ਉੱਪਰ ਵੀ ਕਈ ਜਿਉਂਦੇ ਨੇ। ਵੇਖੋ, ਇੱਕ ਰਾਜੇ ਨੂੰ ਕੇਵਲ 5 ਸਾਲ ਦਾ ਸਮਾਂ ਮਿਲਿਆ, 5 ਸਾਲਾਂ ਵਾਸਤੇ ਉਸਨੇ ਆਪਣਾ ਅੱਗਾ ਸਵਾਰ ਲਿਆ। 5 ਸਾਲ ਦੇ ਵਿੱਚ ਉਹਨੂੰ ਪਤਾ ਲੱਗ ਗਿਆ ਕਿ ਮੈਨੂੰ ਪਤਾ ਹੈ 5 ਸਾਲਾਂ ਬਾਅਦ ਨਦੀ ਤੋਂ ਪਾਰ ਮੈਨੂੰ ਜੰਗਲ ਦੇ ਵਿੱਚ ਛੱਡ ਦੇਣਾ। ਸਾਨੂੰ ਵੀ ਪਿਆਰਿਓ ਸਾਰਿਆਂ ਨੂੰ ਪਤਾ ਹੈ, ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਜੇ ਇਸ ਸੰਸਾਰ ਦੇ ਵਿੱਚ ਰਹਿੰਦਿਆਂ ਹੋਇਆਂ ਜੇ ਅਸੀਂ ਆਪਣਾ ਅੱਗਾ ਸਵਾਰਨ ਵਾਸਤੇ ਕੋਈ ਉਦਮ ਨਾ ਕੀਤਾ ਤੇ ਜਦੋਂ ਸਾਡੀ ਉਮਰਾਂ ਪੂਰੀ ਹੋਣੀ ਆ ਤੇ ਸਤਿਗੁਰੂ ਜਿਹੜੀ ਗੱਲ ਇਹ ਕਹਿੰਦੇ ਨਾ, ਬੇਤਰਣੀ ਨਦੀ, ਉਹ ਨਦੀ ਤੋਂ ਪਾਰ, ਨਦੀ ਤੋਂ ਪਾਰ ਵਾਲੀ ਗੱਲ ਹੈ। ਉਹ ਬਿਖਮ ਨਦੀ ਜਿਹੜੀ ਹੈ ਨਾ, ਉਹ ਤਾਂ ਹੀ ਤਰੀ ਜਾਵੇਗੀ,
ਜੇ ਪਰਮੇਸ਼ਰ ਦਾ ਨਾਮ ਜਪਿਆ ਹੋਵੇਗਾ। ਜੇ ਪਰਮੇਸ਼ਰ ਦਾ ਨਾਮ ਨਾ ਜਪਿਆ ਹੋਇਆ ਤੇ ਉਹ ਜਿਹੜੀ ਬੇਤਰਣੀ ਨਦੀ ਕਹਿੰਦੇ ਨੇ ਨਾ, ਗਰੁੜ ਪੁਰਾਣ ਦੇ ਵਿੱਚ ਇਹ ਹਾਲਾਤ ਆ ਜਾਂਦਾ, ਗੁਰਬਾਣੀ ਦੇ ਵਿੱਚ ਵੀ ਆਉਂਦਾ, ਵਿਖਮ ਨਦੀ ਜਾਏ ਤਰਣੀ। ਉਹ ਜਿਹੜੀ ਵਿਖਮ ਨਦੀ ਹੈ ਨਾ, ਉਹ ਤਾਂ ਹੀ ਤਰਾਂਗੇ ਜੇ ਪਰਮੇਸ਼ਰ ਦੇ ਚਰਨਾਂ ਦੇ ਨਾਲ ਜੁੜੇ ਹੋਵਾਂਗੇ। ਤੇ ਸਮਾਂ ਸਾਡੇ ਕੋਲ ਬਹੁਤ ਲੰਬੇਰਾ ਹੈ। ਅਸੀਂ ਕਈ ਵਾਰੀ ਕਹਿੰਦੇ ਆ ਉਮਰ ਤੇ ਐਵੇਂ ਬੀਤ ਗਈ, ਪਿਆਰੋ ਸੱਚ ਹੈ। ਸਾਰੇ ਇਹੋ ਕਹਿੰਦੇ ਕਿਵੇਂ ਬੀਤ ਗਈ, ਧੰਦਿਆਂ ਧੰਦਾਰਿਆਂ ਦੇ ਵਿੱਚ। ਪਹਿਲੀ ਤੇ ਉਮਰ ਬੀਤ ਜਾਂਦੀ ਹੈ 10 ਬਾਲ ਤਣ, 20 ਰਮਣ, 30 ਕਾ ਸੁੰਦਰ ਕਹਾਵੈ, 40 ਸੀ ਪੁਰ ਹੋਏ 85, ਪਗ ਖਿਸੈ 60 ਕੋ ਬੜੀਪਾ ਆਵੈ, 70 ਕਾ ਮਤਹੀਣ, 80 ਕਾ ਵਿਵਹਾਰ ਨਾ ਪਾਵੇ, 90 ਕਾ ਸੀਜਾ ਸਣੀ, ਮੂਲ ਨ ਜਾਣੇ ਅਪ ਬਲ, ਟੰਡੋਲਮ ਢੂੰਡਮ ਡਿਠਮੈ, ਨਾਨਕ ਜਗ ਧੂਏ ਕਾ ਧਵ ਲਹਿਰ। ਤੇ ਸਤਿਗੁਰੂ ਨਾਨਕ ਪਾਤਸ਼ਾਹ ਜੀ ਆਪਣੇ ਪਾਵਨ ਬਚਨਾਂ ਦੇ ਵਿੱਚ ਬਖਸ਼ਿਸ਼ ਕਰਦੇ ਨੇ, ਅਵਸਥਾ ਮਨੁੱਖ ਦੀ ਜਦੋਂ ਬਿਆਨ ਕਰਦੇ ਨੇ। ਪਹਿਲੇ ਪਿਆਰ ਲਗਾ ਥਣ ਦੁੱਧ, ਦੂਜੇ ਮਾਏ ਬਾਪ ਕੀ ਸ਼ੁੱਧ, ਤੀਜੇ ਪਿਆ ਭਾਬੀ ਭੇਗ, ਚੌਥੇ ਪਿਆਰ ਉਪੰਨੀ ਖੇਡ, ਪੰਜਵੇਂ ਖਾਣ ਪੀਣ ਕੀ ਧਾਤੂ, ਛੇਵੇਂ ਕਾਮ ਨ ਪੁਛੈ ਜਾਤ, ਸਤਵੇਂ ਸੰਜ ਕੀਆ ਘਰ ਵਾਸ, ਨੌਵੇਂ ਧੌਲੇ ਊਬੇ ਸਾਹੂ, 10ਵੇਂ ਦੱਦਾ ਹੋਆ ਸੁਆਹ, ਆਇਆ ਗਿਆ ਮੁਆ ਨਾਹੂ, ਪਿਸੇ ਪੱਤਰ ਸਦਿਓ ਕਾਮ, ਨਾਨਕ ਮਨ ਮੁਖ ਅੰਧ ਪਿਆਰ, ਬਾਜ ਗੁਰੂ ਡੁਬਾ ਸੰਸਾਰ। ਗੁਰੂ ਤੋਂ ਬਿਨਾ ਪਿਆਰੂ ਸਾਰਾ ਜਗਤ ਡੁੱਬਦਾ ਜਾ ਰਿਹਾ। ਸਮਾਂ ਥੋੜਾ ਨਹੀਂ ਹੈ, ਸਮਾਂ ਬਹੁਤ ਹੈ, ਪਰ ਅਸੀਂ ਇਸ ਸਮੇਂ ਨੂੰ ਗੁਰੂ ਵਾਲੇ ਪਾਸੇ ਨਹੀਂ ਨਾ ਦਿੰਦੇ। ਇਸ ਕਰਕੇ ਸਾਨੂੰ ਇਹ ਸਮਾਂ ਲੱਗਦਾ, ਕਿਉਂਕਿ ਧੰਦਾਰਿਆਂ ਦੇ ਵਿੱਚ ਪੈ ਕਰਕੇ, ਮੋਹ ਦੇ ਵਿੱਚ ਪੈ ਕਰਕੇ, ਮੋਹ ਵਿੱਚ ਫਸੇ ਹੋਣ ਕਰਕੇ ਤੇ ਸਾਨੂੰ ਇਹ ਸਮਾਂ ਲੱਗਦਾ ਬਹੁਤ ਥੋੜਾ। ਰਹਿਣ ਗਏ ਮਤ ਦਿਨ ਵੀ ਜਾਏ, ਭਵਰ ਗਏ ਪਗ ਬੈਠੇ ਆਏ, ਜਵਾਨੀ ਨਿਕਲ ਗਈ, ਬਚਪਨ ਨਿਕਲ ਗਿਆ, ਕਿਤੇ ਬੁਢਾਪੇ ਦਾ ਥੋੜਾ ਜਿਹਾ ਸਮਾਂ ਜਿਹੜਾ ਰਹਿ ਗਿਆ ਨਾ, ਇਹ ਵੀ ਕਿਤੇ ਇਦਾਂ ਹੀ ਨਾ ਨਿਕਲ ਜਾਵੇ। ਰਹਿਣ ਗਈ ਮਤ ਦਿਨ ਵੀ ਜਾਏ, ਭਵਰ ਗਏ ਪਗ ਬੈਠੇ ਆਏ। ਹੁਣ ਤੇ ਕਹਿੰਦੇ ਬੱਗੇ ਆ ਗਏ ਨੇ, ਹੁਣ ਤੇ ਜਾਣ ਦੀ ਤਿਆਰੀ ਹੈ। ਰਹਿਣ ਗਵਾਈ ਸੋਈ ਕੈ, ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ, ਕੀਤਾ ਕੀ ਨਾਮ ਨ ਜਾਣਿਆ ਰਾਮ ਕਾ ਮੂੜੇ, ਫਿਰ ਪਾਸ਼ੇ ਪਛਤਾਏ ਰੇ। ਫਿਰ ਕਹਿੰਦੇ ਪਛਤਾਵਾ ਹੀ ਹੋਣਾ, ਪਛਤਾਵੇ ਤੋਂ ਬਿਨਾਂ ਕੁਝ ਵੀ ਹੱਥ ਨਹੀਂ ਆਉਣਾ। ਪਿਆਰੂ, ਇਹ ਜਿਹੜਾ ਸਮਾਂ ਸਾਨੂੰ ਇਹ ਸਾਖੀ